ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸਾਖੀ ਭਾਈ ਮੰਝ ਜੀ ਨਾਲ ਸੰਬੰਧਿਤ ਹੈ। ਭਾਈ ਮੰਝ ਜੀ ਪਿੰਡ ਦੇ ਚੌਧਰੀ ਤੇ ਰਾਜਪੂਤ ਸਨ ਤੇ ਉਹਨਾਂ ਦੇ ਘਰ ਸਖੀ ਸਰਵਰ ਦੀ ਜਗ੍ਹਾ ਬਣੀ ਹੋਈ ਸੀ। ਉਹ ਤੇ ਉਹਨਾਂ ਦਾ ਸਾਰਾ ਪਿੰਡ ਜੋ ਸੀ, ਉਹਨਾਂ ਦੇ ਸ਼ਰੀਕ ਭਾਈਚਾਰਾ ਸੀ, ਸਾਰੇ ਸਖੀ ਸਰਵਰ ਦੇ ਪੂਜਕ ਸਨ। ਜਦੋਂ ਭਾਈ ਮੰਝ ਜੀ ਦੀ ਮੁਲਾਕਾਤ ਗੁਰਸਿੱਖਾਂ ਨਾਲ ਹੋਈ ਤਾਂ ਭਾਈ ਮੰਝ ਜੀ ਦੇ ਮਨ ਵਿੱਚ ਸਤਿਗੁਰੂ ਪ੍ਰਤੀ ਪ੍ਰੇਮ ਤੇ ਸ਼ਰਧਾ ਪੈਦਾ ਹੋ ਗਈ ਤੇ ਉਹਨਾਂ ਨੇ ਜਦੋਂ ਗੁਰੂ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਨੂੰ ਵਿਚਾਰਿਆ ਤਾਂ ਇਹ ਪ੍ਰੇਮ ਜੋ ਸੀ ਹੋਰ ਪ੍ਰਬਲ ਹੋ ਗਿਆ। ਇਸ ਕਰਕੇ ਇੱਕ ਦਿਨ ਨਿਸ਼ਚਾ ਕਰਕੇ ਭਾਈ ਮੰਝ ਜੀ ਆਪਣੇ ਪਰਿਵਾਰ ਨੂੰ ਪਿੰਡ ਛੱਡ ਕੇ ਖੁਦ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਤੁਰ ਪਏ। ਤੇ ਜਦੋਂ ਗੁਰੂ ਸਾਹਿਬ ਜੀ ਕੋਲ ਪਹੁੰਚੇ ਤਾਂ ਉਹਨਾਂ ਨੇ ਪਾਤਸ਼ਾਹ ਜੀ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਜੀ ਮੇਰੇ ਤਿੰਨਾਂ ਤਾਪਾਂ ਨੂੰ ਦੂਰ ਕਰੋ, ਗੁਰਸਿੱਖੀ ਜੀਵਨ ਬਖਸ਼ੋ ਤੇ ਮੈਨੂੰ ਜਨਮ ਮਰਨ ਤੋਂ ਬਚਾਓ। ਤਾਂ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਮੰਝ ਜੀ, ਗੁਰਸਿੱਖੀ ਕਮਾਣੀ ਬਹੁਤ ਮੁਸ਼ਕਲ ਹੈ। ਤੁਸੀਂ ਤਾਂ ਪਹਿਲਾਂ ਹੀ ਕਿਸੇ ਹੋਰ ਦੇ ਸਿੱਖ ਹੋ ਤੇ ਜੇਕਰ ਤੁਸੀਂ ਹੋਰ ਦੇ ਸਿੱਖ ਹੋ ਤੇ ਗੁਰਸਿੱਖੀ ਕਮਾਣੀ ਹੋਰ ਵੀ ਕਠਿਨ ਹੋ ਜਾਂਦੀ ਹੈ। ਗੁਰਸਿੱਖੀ ਕਮਾਣੀ ਖੰਡੇ ਦੀ ਧਾਰ ਤੇ ਚੱਲਣ ਦੇ ਬਰਾਬਰ ਹੈ। ਇਹ ਕੰਮ ਤੁਹਾਡੇ ਕੋਲ ਹੋ ਨਹੀਂ ਸਕੇਗਾ। ਜੇਕਰ ਤੁਸੀਂ ਗੁਰਸਿੱਖੀ ਕਮਾਉਣ ਵਾਲੇ ਪਾਸੇ ਜਾਓਗੇ ਤਾਂ ਤੁਹਾਡੇ ਜਿਹੜੇ ਸ਼ਰੀਕ ਹਨ ਹਾਸਾ ਮਜ਼ਾਕ ਕਰਨਗੇ ਤੁਹਾਡੇ ਕੋਲ ਇਹ ਗੱਲਾਂ ਬਰਦਾਸ਼ਤ ਨਹੀਂ ਹੋਣਗੀਆਂ। ਤੇ ਇਸ ਤੋਂ ਬਾਅਦ ਭਾਈ ਮੰਝ ਜੀ ਨੇ ਹੋਰ ਸਨਿਮਰ ਹੋ ਕੇ ਬੇਨਤੀ ਕੀਤੀ ਤੇ ਆਪਣੀ ਅੱਖਾਂ ਵਿੱਚ ਉਹਨਾਂ ਦੇ ਪਾਣੀ ਆ ਗਿਆ ਤੇ ਕਹਿਣ ਲੱਗੇ, ਪ੍ਰਭੂ ਜੀ ਮੈਂ ਤੁਹਾਡੀ ਸ਼ਰਨ ਆਇਆ ਹਾਂ, ਮੈਨੂੰ ਅਧਿਕਾਰੀ ਸਮਝ ਕੇ ਸਿੱਖੀ ਬਖਸ਼ੋ। ਤਾਂ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਵਚਨ ਕੀਤਾ ਕਿ ਭਾਈ ਮੰਝ ਜੀ, ਤੁਹਾਨੂੰ ਪਹਿਲਾਂ ਆਪਣੇ ਘਰ ਵਿੱਚ ਬਣੀ ਹੋਈ ਸਖੀ ਸਰਵਰ ਦੀ ਜਿਹੜੀ ਜਗ੍ਹਾ ਹੈ, ਥਾਂ ਹੈ, ਉਹ ਢਾਣੀ ਪਏਗੀ ਤੇ ਉਸ ਨੂੰ ਢਾਣ ਤੋਂ ਬਾਅਦ ਹੀ ਤੁਹਾਨੂੰ ਗੁਰਸਿੱਖੀ ਦੀ ਦਾਤ ਮਿਲ ਸਕਦੀ ਹੈ। ਤੇ ਗੁਰੂ ਸਾਹਿਬ ਜੀ ਦੇ ਵਚਨ ਸੁਣ ਕੇ, ਪਾਤਸ਼ਾਹ ਜੀ ਦੇ ਵਚਨ ਸੁਣ ਕੇ ਭਾਈ ਮੰਝ ਜੀ ਆਪਣੇ ਪਿੰਡ ਗਏ ਤੇ ਉਹਨਾਂ ਨੇ ਜਾ ਕੇ ਪਹਿਲਾਂ ਸਖੀ ਸਰਵਰ ਦੀ ਜਗ੍ਹਾ ਢਾਹ ਦਿੱਤੀ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਕੋਲ ਆ ਗਏ। ਤਾਂ ਪਾਤਸ਼ਾਹ ਜੀ ਨੇ ਫਿਰ ਉਹਨਾਂ ਨੂੰ ਕਿਹਾ ਕਿ ਬਈ ਸਤਿਨਾਮ ਦਾ ਜਾਪ ਕਰਕੇ ਤੁਸੀਂ ਸਾਰੇ ਕਲੇਸ਼ਾਂ ਨੂੰ ਦੂਰ ਕਰ ਸਕਦੇ ਹੋ। ਰੋਜ਼ ਸਤਿਗੁਰੂ ਦੇ ਸਨਮੁਖ ਰਹੋ, ਸਿੱਖਾਂ ਦੀ ਸੇਵਾ ਕਰੋ ਤੇ ਸੁੱਖ ਪ੍ਰਾਪਤ ਕਰੋ। ਇਸ ਨਾਲ ਤੁਹਾਡਾ ਅੰਤःਕਰਨ ਸ਼ੁੱਧ ਹੋ ਜਾਵੇਗਾ ਤੇ ਹਿਰਦੇ ਵਿੱਚ ਆਤਮ ਗਿਆਨ ਪ੍ਰਾਪਤ ਹੋਵੇਗਾ ਤੇ ਤੁਹਾਡੀਆਂ ਜਿਹੜੀਆਂ ਜੰਮ ਦੀਆਂ ਫਾਹੀਆਂ ਕੱਟੀਆਂ ਜਾਣਗੀਆਂ ਤੇ ਤੁਹਾਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਏਗੀ। ਤੇ ਫਿਰ ਉਹ ਗੁਰੂ ਜੀ ਦੇ ਕਹੇ ਅਨੁਸਾਰ ਸੇਵਾ ਭਾਵਨਾ 'ਚ ਲੱਗ ਗਏ ਤੇ ਕੁਝ ਸਮੇਂ ਬਾਅਦ ਉਹ ਆਪਣੇ ਪਿੰਡ ਵਿੱਚ ਚਲੇ ਗਏ। ਪਰ ਪਰਖ ਤਾਂ ਅਜੇ ਹੁਣ ਸ਼ੁਰੂ ਹੋਣੀ ਸੀ। ਜਦੋਂ ਭਾਈ ਮੰਝ ਜੀ ਪਿੰਡ ਪਹੁੰਚੇ ਤਾਂ ਕੀ ਹੋਇਆ ਕਿ ਉਹਨਾਂ ਦੇ ਜਿਹੜੇ ਘਰ ਮਾਲ ਡੰਗਰ ਸੀ, ਪਸ਼ੂ ਸਨ, ਉਹ ਇੱਕ ਇੱਕ ਕਰਕੇ ਜਿਹੜੇ ਸਨ ਮਰਨ ਲੱਗ ਗਏ। ਤੇ ਇਸ ਤਰ੍ਹਾਂ ਦੇਖ ਕੇ ਉਹਨਾਂ ਦੇ ਸ਼ਰੀਕਾਂ ਨੇ ਤੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਤੁਸੀਂ ਅਸਲ ਵਿੱਚ ਪੀਰ ਦੀ ਜਗ੍ਹਾ ਢਾਈ ਹੈ, ਇਸ ਕਰਕੇ ਤੁਹਾਨੂੰ ਇਹ ਨੁਕਸਾਨ ਉਠਾਉਣਾ ਪੈ ਰਿਹਾ ਹੈ। ਤੇ ਜੇਕਰ ਤੁਸੀਂ ਪੀਰ ਦੇ ਗੁੱਸੇ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਭੁੱਲ ਬਖਸ਼ਾਓ ਤੇ ਉਸ ਜਗ੍ਹਾ ਨੂੰ ਦੁਬਾਰਾ ਸਥਾਪਿਤ ਕਰੋ। ਪਰ ਭਾਈ ਮੰਝ ਜੀ ਨੇ ਕਿਹਾ, ਹੁਣ ਮੈਂ ਸਿੱਖ ਹੋ ਗਿਆ ਹਾਂ, ਹੁਣ ਮੈਂ ਸਤਿਗੁਰੂ ਦੇ ਦੁਆਰੇ ਜਾਵਾਂਗਾ। ਇਹ ਝੂਠੇ ਪਦਾਰਥ ਮੇਰੇ ਕਿਸੇ ਕੰਮ ਨਹੀਂ, ਮੁਕਤੀ ਪ੍ਰਾਪਤ ਕਰਾਂਗਾ ਤੇ ਆਨੰਦ ਦੀ ਪ੍ਰਾਪਤੀ ਕਰਾਂਗਾ। ਤੇ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਉਸ ਪਿੰਡ ਦੇ ਜਿਹੜੀ ਪੰਚ ਸਨ, ਉਹ ਗ੍ਰਾਮ ਦੇ ਜਿਹੜੇ ਪਿੰਡ ਦੇ ਜਿਹੜੇ ਪੰਚ ਸਨ, ਉਹਨਾਂ ਨੇ ਕਿਹਾ ਕਿ ਭਾਈ ਮੰਝ ਤਾਂ ਮੂਰਖ ਹੋ ਗਿਆ ਹੈ। ਤੇ ਇੰਨਾ ਹੀ ਨਹੀਂ, ਇਸ ਤੋਂ ਬਾਅਦ ਭਾਈ ਮੰਝ ਜੀ ਨੂੰ ਆਪਣੇ ਘਰ ਵਿੱਚੋਂ ਘਰ, ਧਨ, ਸਰਦਾਰੀ ਸਾਰਾ ਕੁਝ ਖੋਹ ਲਿਆ ਗਿਆ ਤੇ ਉਹਨਾਂ ਦੇ ਸ਼ਰੀਕਾਂ ਨੇ ਉਹਨਾਂ ਨੂੰ ਪਿੰਡ ਵਿੱਚ ਕੱਢ ਦਿੱਤਾ। ਤੇ ਪਰ ਭਾਈ ਮੰਝ ਜੀ ਨੇ ਆਪਣਾ ਸਿੱਦਕ ਨਹੀਂ ਡੁਲਾਇਆ। ਉਹ ਆਪਣੀ ਪਤਨੀ ਦੇ ਨਾਲ ਕਿਸੇ ਦੂਸਰੇ ਪਿੰਡ ਵਿੱਚ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਘਾਹ ਖੋਦ ਕੇ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਤੇ ਇੱਥੇ ਜਦੋਂ ਉਹ ਆਪਣੀ ਮਿਹਨਤ ਦੇ ਨਾਲ ਰੋਟੀ ਕਮਾ ਰਹੇ ਸਨ ਤਾਂ ਜਿਹੜੀ ਕਮਾਈ ਕਰਦੇ ਸਨ ਉਸ ਨੂੰ 4 ਹਿੱਸਿਆਂ ਵਿੱਚ ਵੰਡਦੇ ਤੇ ਇੱਕ ਹਿੱਸਾ ਗੁਰੂ ਜੀ ਲਈ ਕੱਢਦੇ ਤੇ 3 ਹਿੱਸੇ ਜਿਹੜੇ ਸਨ ਆਪਣੇ ਘਰ ਪਰਿਵਾਰ ਦੇ ਖਰਚੇ ਵਾਸਤੇ ਕੱਢਦੇ ਸਨ। ਇਸ ਤਰ੍ਹਾਂ ਮਿਹਨਤ ਮੁਸ਼ੱਕਤ ਕਰਕੇ ਭਾਈ ਮੰਝ ਜੀ ਗੁਰਸਿੱਖੀ ਦੇ ਜੀਵਨ ਦੀ ਜਿਹੜੀ ਜਾਂਚ ਸਨ ਜਾਂ ਗੁਰਸਿੱਖੀ ਕਮਾ ਰਹੇ ਸਨ
ਤੇ ਜਿਹੜੀ ਦੂਸਰੀ ਅਗਲੀ ਵਿਚਾਰ ਹੈ ਉਹ ਆਪਾਂ ਦੂਸਰੀ ਸਾਖੀ 'ਚ ਸਰਵਣ ਕਰਾਂਗੇ। ਇਸ ਤਰ੍ਹਾਂ ਇਹ ਭਾਈ ਮੰਝ ਦੀ ਜਿਹੜੀ ਪਰਖ ਚੱਲ ਰਹੀ ਸੀ, ਜਿਹਦੇ ਵਿੱਚ ਉਹਨਾਂ ਨੇ ਆਪਣਾ ਪਰਿਵਾਰ, ਆਪਣਾ ਪਿੰਡ, ਆਪਣਾ ਧਨ ਦੌਲਤ, ਮਾਲ ਡੰਗਰ ਸਾਰਾ ਗਵਾ ਲਿਆ, ਪਰ ਉਹਨਾਂ ਨੇ ਗੁਰਸਿੱਖੀ ਨਹੀਂ ਕਮਾਣੀ ਛੱਡੀ। ਗੁਰਸਿੱਖੀ ਕਮਾਉਂਦੇ ਰਹੇ ਤੇ ਗੁਰਸਿੱਖੀ ਕਮਾਉਂਦਿਆਂ ਹੋਇਆਂ ਗੁਰੂ ਵਿੱਚ ਪੂਰਨ ਪ੍ਰੇਮ ਤੇ ਸ਼ਰਧਾ ਦਾ ਭਾਵ ਰੱਖਿਆ। ਇੰਨੀਆਂ ਕੁ ਵਿਚਾਰਾਂ ਕਰਦਿਆਂ ਅਨੇਕਾਂ ਹੀ ਭੁੱਲਾਂ ਗਲਤੀਆਂ ਦੀ ਮਾफ़ੀ ਬਖਸ਼ ਦੇਣੀ ਆ। ਉਹ ਫਤਿਹ ਨਾਲ ਸਾਂਝ ਪਈ ਸਤਿਕਾਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।